ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਸੇਵਾ ਨਿਭਾ ਰਹੀ ਹਾਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ 4 ਅੰਗਾਂ ਵਿੱਚੋਂ ਦੂਸਰੇ ਅੰਗ ਸ਼ਬਦ ਬੋਧ ਅਧੀਨ ਆਉਂਦੇ ਪਹਿਲੇ ਸ਼ਬਦ ਭੇਦ ਨਾਮ ਅਤੇ ਨਾਮ ਦੀਆਂ ਕਿਸਮਾਂ ਬਾਰੇ ਗੱਲ ਕੀਤੀ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੂਸਰੇ ਸ਼ਬਦ ਭੇਦ ਬਾਰੇ ਗੱਲ ਕਰਾਂਗੇ, ਜਿਸ ਦਾ ਨਾਂ ਹੈ ਪੜਨਾਮ। ਪੜਨਾਮ ਕੀ ਹੈ? ਪੜਨਾਮ ਇੱਕ ਅਜਿਹੀ ਸ਼ਬਦ ਸ਼੍ਰੇਣੀ ਹੈ ਜੋ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ। ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਨਾਲ ਭਾਸ਼ਾ ਦੀ ਰੋਚਕਤਾ ਕਾਇਮ ਨਹੀਂ ਰਹਿੰਦੀ। ਇੰਜ ਕਰਨ ਨਾਲ ਭਾਸ਼ਾ ਅਕਾਊ ਲੱਗਣ ਲੱਗ ਪੈਂਦੀ ਹੈ। ਇਸ ਕਰਕੇ ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਕਰਨ ਦੀ ਥਾਂ ਪੜਨਾਮ ਸ਼ਬਦਾਂ ਦੀ ਵਰਤੋਂ ਸਹੀ ਜਾਪਦੀ ਹੈ। ਪੜਨਾਮ ਸ਼ਬਦ ਨਾਮ ਸ਼ਬਦ ਦੀ ਥਾਂ ਪੂਰ ਕੇ ਉਹੀ ਵਾਕਾਤਮਿਕ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਨਾਮ ਰੱਖਦਾ ਹੈ। ਵਰਤਮਾਨ ਪੰਜਾਬੀ ਭਾਸ਼ਾ ਵਿੱਚ ਪੜਨਾਮ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਰਿਹਾ, ਪਰ ਇਹ ਬੋਲਣ ਵਾਲੇ ਦੇ ਲਿੰਗ ਅਨੁਸਾਰ ਕਿਰਿਆ ਉੱਤੇ ਨਿਸ਼ਚਿਤ ਕੀਤਾ ਗਿਆ ਹੈ। ਜਿਵੇਂ ਇੱਥੇ ਅਸੀਂ ਇੱਕ ਉਦਾਹਰਨ ਦੇਖਦੇ ਹਾਂ। ਸਾਡੇ ਕੋਲ ਇੱਕ ਪੈਰਾ ਹੈ। ਹਰਬੀਰ ਸਕੂਲ ਵਿੱਚ ਪੜ੍ਹਦੀ ਹੈ। ਹਰਬੀਰ ਦੀ ਉਮਰ 10 ਸਾਲ ਹੈ। ਹਰਬੀਰ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਹਰਬੀਰ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਹਰਬੀਰ ਦੇ ਸਾਰੇ ਅਧਿਆਪਕ ਹਰਬੀਰ ਨੂੰ ਬਹੁਤ ਪਿਆਰ ਕਰਦੇ ਹਨ। ਹਰਬੀਰ ਹਰਮਨ ਪਿਆਰੀ ਬੱਚੀ ਹੈ। ਇਸ ਪੈਰੇ ਦੇ ਹਰ ਵਾਕ ਵਿੱਚ ਹਰਬੀਰ ਸ਼ਬਦ ਵਰਤਿਆ ਗਿਆ ਹੈ ਜੋ ਕਿ ਨਾਮ ਹੈ। ਵਾਰ-ਵਾਰ ਹਰਬੀਰ ਨਾ ਵਰਤਣ ਨਾਲ ਪੈਰੇ ਵਿੱਚ ਰੋਚਕਤਾ ਨਹੀਂ ਰਹੀ ਅਤੇ ਅਕੇਵਾਂ ਪੈਦਾ ਹੋ ਗਿਆ। ਸਹੀ ਰੂਪ ਦੇ ਵਿੱਚ ਪੈਰਾ ਇਸ ਤਰ੍ਹਾਂ ਲਿਖਿਆ ਜਾਵੇਗਾ। ਹਰਬੀਰ ਸਕੂਲ ਵਿੱਚ ਪੜ੍ਹਦੀ ਹੈ। ਉਸ ਦੀ ਉਮਰ 10 ਸਾਲ ਹੈ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਉਹ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਉਸ ਦੇ ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਹਰਮਨ ਪਿਆਰੀ ਬੱਚੀ ਹੈ। ਇਸ ਪੈਰੇ ਦੇ ਜਿਹੜੇ ਸ਼ਬਦ ਆ, ਉਸ ਦੀ, ਉਸ ਨੂੰ, ਉਹ, ਉਸ ਦੇ, ਉਸ ਨੂੰ, ਉਹ, ਇਹ ਸ਼ਬਦ ਪੜਨਾਮ ਹਨ। ਅਸੀਂ ਗੱਲਬਾਤ ਕਰਨ ਸਮੇਂ ਜਾਂ ਲਿਖਣ ਸਮੇਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇਹਨਾਂ ਸ਼ਬਦਾਂ ਵਿੱਚੋਂ ਕਈ ਸ਼ਬਦ ਨਾਮ ਹੁੰਦੇ ਹਨ। ਜਿਵੇਂ ਪਹਿਲੇ ਪੈਰੇ ਵਿੱਚ ਹਰ ਥਾਂ ਵਰਤਿਆ ਗਿਆ ਸ਼ਬਦ ਹਰਬੀਰ ਨਾਮ ਹੈ। ਪਰ ਕਈ ਵਾਰ ਅਸੀਂ ਨਾਮ ਦੀ ਥਾਂ ਹੋਰ ਸ਼ਬਦ ਵਰਤ ਲੈਂਦੇ ਹਾਂ। ਜਿਵੇਂ ਇਸ ਪੈਰੇ ਦੇ ਵਿੱਚ ਅਸੀਂ ਹਰਬੀਰ ਸ਼ਬਦ ਦੀ ਥਾਂ 'ਤੇ ਕੁਝ ਹੋਰ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਇਹਨਾਂ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ। ਸੋ ਪੜਨਾਮ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਹੈ, ਉਸ ਸ਼ਬਦ ਨੂੰ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਬਹੁਤ ਸਾਰੇ ਸ਼ਬਦ ਨੇ। ਮੈਂ, ਉਹ, ਤੂੰ, ਕੌਣ, ਕਿਸ, ਕਿਹੜਾ, ਉਹਨਾਂ, ਇਹਨਾਂ, ਇਹ, ਉਸ ਆਦਿ, ਇਹ ਸਾਰੇ ਸ਼ਬਦ ਪੜਨਾਮ ਹਨ। ਸੋ ਪੜਨਾਮ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਹੈ, ਉਸ ਸ਼ਬਦ ਨੂੰ ਅਸੀਂ ਪੜਨਾਮ ਕਹਿੰਦੇ ਹਾਂ। ਪੜਨਾਮ ਦੀਆਂ ਮੁੱਖ ਰੂਪ ਦੇ ਵਿੱਚ 6 ਕਿਸਮਾਂ ਹੁੰਦੀਆਂ ਹਨ। ਪਹਿਲੀ ਹੈ ਪੁਰਖਵਾਚਕ ਪੜਨਾਮ। ਦੂਸਰੀ ਹੈ ਨਿਜਵਾਚਕ ਪੜਨਾਮ। ਪੜਨਾਮ ਦੀ ਤੀਸਰੀ ਕਿਸਮ ਦਾ ਨਾਂ ਹੈ ਨਿਸ਼ਚੈਵਾਚਕ ਪੜਨਾਮ। ਚੌਥੀ ਹੈ ਅਨਿਸ਼ਚੈਵਾਚਕ ਪੜਨਾਮ। ਪੰਜਵੀਂ ਕਿਸਮ ਦਾ ਨਾਂ ਹੈ ਸੰਬੰਧਵਾਚਕ ਪੜਨਾਮ। ਅਤੇ ਪੜਨਾਮ ਦੀ 6ਵੀਂ ਕਿਸਮ ਹੈ ਪ੍ਰਸ਼ਨਵਾਚਕ ਪੜਨਾਮ। ਸਭ ਤੋਂ ਪਹਿਲਾਂ ਆਪਾਂ ਪੜਨਾਮ ਦੀ ਪਹਿਲੀ ਕਿਸਮ ਬਾਰੇ ਗੱਲ ਕਰਾਂਗੇ, ਜਿਸ ਦਾ ਨਾਂ ਹੈ ਪੁਰਖਵਾਚਕ ਪੜਨਾਮ। ਪੁਰਖਵਾਚਕ ਪੜਨਾਮ ਕੀ ਹੈ? ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਸ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਨ।
पुरखवाचक पड़नाम तीन प्रकार के हुंदे हन। पहला पुरख जां उत्तम पुरख, दूजा पुरख जां मध्यम पुरख, तीजा पुरख या अन्य पुरख। पहला पुरख जां उत्तम पुरख वो हुंदा है जो गल करदा है। वो अपना नां लैण दी थां अपने लिए कुछ शब्दां दी वरतों करदा है, जिवें मैं, मैनू, असी, सानू, साडा, इस तरह के शब्द। मैं अते मैनू पहले पुरख दे इक वचन रूप हन अते असी, सानू, साडा ये बहुवचन रूप हन। पहले पुरख नूं उत्तम पुरख भी कहा जाता है। पुरखवाचक पड़नाम की दूसरी किस्म है दूजा पुरख जां मध्यम पुरख। मध्यम पुरख जां दूजा पुरख असीं उसनूं कहंदे हां जिस नाल गल कीती जांदी है। गल करन वाला उसदा नां लैण दी थां जिहड़े शब्दां दी वरतों करदा है उन्हां शब्दां नूं दूजे पुरख दे पुरखवाचक पड़नाम कहंदे हन। जिवें तूं, तेरा, तैनू, तुसीं, तुहानू, तुहाडा। तूं, तेरा, तैनू दूजे पुरख दे पड़नाम दे इक वचन रूप हन अते तुसीं, तुहानू, तुहाडा ये बहुवचन रूप हन। कई बार वार्तालाप विच तूं शब्द की थां सत्कार वजों आप जां तुसीं शब्द की वरतों की जाती है, जिसनों के दूजा पुरख या मध्यम पुरख कहते हैं। पुरखवाचक पड़नाम की तीसरी किस्म है तीजा पुरख या अन्य पुरख। जिस पुरख बारे गल की जाती है उसनों तीजा पुरख कहा जाता है। उस पुरख का नाम वार वार लैण की थां जिहड़े शब्दां की वरतों की जाती है उन्हां शब्दां नूं तीजे पुरख दे पुरखवाचक पड़नाम कहते हैं। जिवें ओह, उस, ओदा, ओदी, उन्हां, एह, इन्हां, एदा, एदी आदि शब्द तीजे पुरख दे पुरखवाचक पड़नाम हैं। यह पड़नाम की वरतों निकट वाले पुरख लई की जाती है अते ओह पड़नाम की वरतों दूर वाले पुरख लई की जाती है। ये सी पड़नाम की पहली किस्म जिसनों पुरखवाचक पड़नाम कहते हैं, जिस विच गल करन वाला उत्तम पुरख हुंदा है। जिस नाल गल की जाती है उसनों मध्यम पुरख आखदे हैं अते जिस पुरख बारे गल की जाती है उसनों अन्य पुरख या तीजा पुरख आखदे हैं। पड़नाम की दूसरी किस्म है निजवाचक पड़नाम। जो पड़नाम करता दे नाल ही जुड़ के आउंदे हन अते उसे दा ही रूप हुंदे हन उसनों निजवाचक पड़नाम कहते हैं। भाव ओह पड़नाम जो नाम दे नाल आके उसे नाम की निजता नूं प्रगटावे उसनों निजवाचक पड़नाम कहते हैं। पंजाबी भाषा विच सिर्फ आप जिहड़ा शब्द आ ऐड़े कन्ना पप्पा आप, ये शब्द निजवाचक पड़नाम है। इस तो अगे कई शब्द बन गए हैं जिवें अपना, अपने आप, आपस, खुद, निजी आदि शब्द। जिवें आपां कहने आ मैं आप तुहाडे नाल जावांगी, इस वाक विच मैं करता है अते आप निजवाचक पड़नाम है। जां आपां कहंदे हां बच्चे आपस विच खेडदे हन, इस वाक विच बच्चे करता हन अते आपस शब्द निजवाचक पड़नाम है। इस तो इलावा आप शब्द जो निजवाचक पड़नाम है ये पुरखवाचक पड़नाम दे तिन्नां पुरखां दे नाल वरतिया जाता है। किवें? जिवें आपां पहला वाक बोलते हाँ मैं आप तुहाडा काम कर रहा हाँ, इस वाक विच मैं उत्तम पुरख है, पहला पुरख है अते आप शब्द निजवाचक पड़नाम है। दूसरा वाक है तुसी आप उत्थे चले जावो, इस वाक विच तुसी मध्यम पुरख है, दूजा पुरख है अते आप निजवाचक पड़नाम है। तीसरा वाक असी बोलते हाँ ओह आप तुहानू मिलन आवेगा, इस वाक विच ओह शब्द तीजा पुरख है, अन्य पुरख है अते तीजे पुरख नाल निजवाचक पड़नाम आप दी वरतों
हुई है। पड़नाम की तीसरी किस्म का नाम है निश्चयवाचक पड़नाम। किसी दिस रहे व्यक्ति, जीव ਜਾਂ ਵਸਤੂ ਬਾਰੇ ਦੱਸਣ ਲਈ ਨਾਮ ਸ਼ਬਦ ਦੀ ਥਾਂ ਵਰਤਿਆ ਜਾਣ ਵਾਲਾ ਸ਼ਬਦ ਨਿਸ਼ਚੈਵਾਚਕ ਪੜਨਾਮ ਹੁੰਦਾ ਹੈ। ਭਾਵ ਜਿਹੜੇ ਸ਼ਬਦ ਕਿਸੇ ਦੂਰ ਜਾਂ ਨੇੜੇ ਦੇ ਕਿਸੇ ਵਿਅਕਤੀ, ਜੀਵ ਜਾਂ ਵਸਤੂ ਵੱਲ ਇਸ਼ਾਰਾ ਕਰਦਿਆਂ ਵਰਤੇ ਜਾਣ ਉਹਨਾਂ ਨੂੰ ਨਿਸ਼ਚੈਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਇਹ ਮੇਰਾ ਘਰ ਹੈ, ਇਸ ਵਾਕ ਵਿੱਚ ਇਹ ਸ਼ਬਦ ਨਿਸ਼ਚੈਵਾਚਕ ਪੜਨਾਮ ਹੈ। ਜਾਂ ਆਪਾਂ ਕਹਿੰਦੇ ਹਾਂ ਉਹ ਤੇਰਾ ਸਕੂਲ ਹੈ, ਇਸ ਵਾਕ ਵਿੱਚ ਉਹ ਸ਼ਬਦ ਨਿਸ਼ਚੈਵਾਚਕ ਪੜਨਾਮ ਹੈ। ਪੜਨਾਮ ਦੀ ਅਗਲੀ ਕਿਸਮ ਹੈ ਅਨਿਸ਼ਚੈਵਾਚਕ ਪੜਨਾਮ। ਨਾਮ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਜਿਹੜੇ ਪੜਨਾਮ ਸ਼ਬਦ ਤੋਂ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਸਗੋਂ ਅਸਪਸ਼ਟ ਅਤੇ ਅਨਿਸ਼ਚਿਤ ਸੰਕੇਤ ਜਿਹਾ ਹੋਵੇ। ਭਾਵ ਜਿਹੜੇ ਸ਼ਬਦ ਨਿਸ਼ਚਿਤ ਰੂਪ ਵਿੱਚ ਕੁਝ ਨਾ ਦੱਸਣ, ਸਿਰਫ ਅੰਦਾਜ਼ਾ ਹੀ ਲਗਾਉਣ, ਉਸ ਨੂੰ ਅਨਿਸ਼ਚੈਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਕਈ ਵਿਦਿਆਰਥੀ ਪੜ੍ਹਾਈ ਵਿੱਚ ਵੀ ਉਨੀ ਹੀ ਦਿਲਚਸਪੀ ਰੱਖਦੇ ਹਨ ਜਿੰਨੀ ਕਿ ਖੇਡਾਂ ਵਿੱਚ। ਇਸ ਵਾਕ ਵਿੱਚ ਕਈ ਸ਼ਬਦ ਅਨਿਸ਼ਚੈਵਾਚਕ ਪੜਨਾਮ ਹੈ, ਕਿਉਂਕਿ ਇਹ ਸਪਸ਼ਟਤਾ ਨਹੀਂ ਹੈ ਕਿ ਕਿੰਨੇ ਬੱਚੇ ਪੜ੍ਹਾਈ ਵਿੱਚ ਅਤੇ ਕਿੰਨੇ ਬੱਚੇ ਖੇਡਾਂ ਵਿੱਚ ਦਿਲਚਸਪੀ ਲੈਂਦੇ ਹਨ। ਜਾਂ ਆਪਾਂ ਕਹਿੰਦੇ ਹਾਂ ਕਿ ਬਹੁਤ ਸਾਰੇ ਬੱਚੇ ਜਮਾਤ ਵਿੱਚ ਬੈਠੇ ਹਨ। ਇਸ ਵਾਕ ਵਿੱਚ ਬਹੁਤ ਸਾਰੇ ਅਨਿਸ਼ਚੈਵਾਚਕ ਪੜਨਾਮ ਹੈ, ਕਿਉਂਕਿ ਵਾਕ ਵਿੱਚ ਸਪਸ਼ਟਤਾ ਨਹੀਂ ਹੈ ਕਿ ਕਿੰਨੇ ਬੱਚੇ ਜਮਾਤ ਵਿੱਚ ਬੈਠੇ ਹਨ, ਸਿਰਫ ਅੰਦਾਜ਼ਾ ਹੀ ਹੈ। ਸੋ ਇਹ ਅਨਿਸ਼ਚੈਵਾਚਕ ਪੜਨਾਮ ਹੈ। ਪੜਨਾਮ ਦੀ ਪੰਜਵੀਂ ਕਿਸਮ ਦਾ ਨਾਂ ਹੈ ਸੰਬੰਧਵਾਚਕ ਪੜਨਾਮ। ਸੰਬੰਧਵਾਚਕ ਪੜਨਾਮ ਕੀ ਹੈ? ਜਿਹੜਾ ਪੜਨਾਮ ਸ਼ਬਦ ਜਿਹੜਾ ਆ ਉਹ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ, ਪਰ ਨਾਲ ਹੀ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਵੀ ਕਰੇ। ਭਾਵ ਜਿਹੜੇ ਸ਼ਬਦ ਦੀ ਵਰਤੋਂ ਅਸੀਂ ਨਾਮ ਸ਼ਬਦ ਦੀ ਥਾਂ 'ਤੇ ਵੀ ਕਰੀਏ, ਪਰ ਨਾਲ ਹੀ ਉਹ ਸ਼ਬਦ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ, ਉਸ ਨੂੰ ਅਸੀਂ ਸੰਬੰਧਵਾਚਕ ਪੜਨਾਮ ਕਹਿੰਦੇ ਹਾਂ। ਕਈ ਵਾਰ ਇਸ ਦੀ ਵਰਤੋਂ ਸੰਯੁਕਤ ਰੂਪ ਵਿੱਚ ਵੀ ਕਰ ਲਈ ਜਾਂਦੀ ਹੈ। ਜਿਵੇਂ ਵਾਕ ਹੈ ਜੋ ਕਰੇਗਾ ਸੋ ਭਰੇਗਾ। ਇਸ ਵਾਕ ਵਿੱਚ ਜੋ ਸ਼ਬਦ ਅਤੇ ਸੋ ਸ਼ਬਦ ਸੰਬੰਧਵਾਚਕ ਪੜਨਾਮ ਹਨ। ਜਾਂ ਆਪਾਂ ਕਹਿੰਦੇ ਹਾਂ ਮੇਰਾ ਇੱਕ ਗੁਆਂਢੀ ਹੈ ਜਿਹੜਾ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਇਸ ਵਾਕ ਵਿੱਚ ਜਿਹੜਾ ਸ਼ਬਦ ਸੰਬੰਧਵਾਚਕ ਪੜਨਾਮ ਹੈ, ਜੋ ਕਿ ਨਾਮ ਦੀ ਥਾਂ 'ਤੇ ਵੀ ਵਰਤਿਆ ਗਿਆ ਹੈ ਅਤੇ ਉਸਨੇ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਵੀ ਕੀਤਾ ਹੈ। ਪੜਨਾਮ ਦੀ ਅਗਲੀ ਕਿਸਮ ਹੈ ਪ੍ਰਸ਼ਨਵਾਚਕ ਪੜਨਾਮ। ਪ੍ਰਸ਼ਨਵਾਚਕ ਪੜਨਾਮ ਪੜਨਾਮ ਦੀ ਛੇਵੀਂ ਅਤੇ ਆਖਰੀ ਕਿਸਮ ਹੈ। ਪ੍ਰਸ਼ਨਵਾਚਕ ਪੜਨਾਮ ਕੀ ਹੁੰਦਾ ਹੈ? ਜਿਹੜੇ ਸ਼ਬਦ ਨੂੰ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ, ਪਰ ਨਾਲ ਹੀ ਉਸ ਰਾਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਕੀ, ਕੌਣ, ਕਿਹੜਾ, ਕਿਵੇਂ, ਕਿਸਨੇ, ਕਦੋਂ ਆਦਿ ਸ਼ਬਦ ਪ੍ਰਸ਼ਨਵਾਚਕ ਪੜਨਾਮ ਹਨ, ਕਿਉਂਕਿ ਇਹਨਾਂ ਦੇ ਰਾਹੀਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਜਿਵੇਂ ਵਾਕ ਹੈ ਜਮਾਤ ਵਿੱਚ ਕਿਹੜਾ ਬੱਚਾ ਰੌਲਾ ਪਾ ਰਿਹਾ ਸੀ। ਇਸ ਵਾਕ ਵਿੱਚ ਕਿਹੜਾ ਸ਼ਬਦ ਪ੍ਰਸ਼ਨਵਾਚਕ ਪੜਨਾਮ ਹੈ, ਕਿਉਂਕਿ ਇਸ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਜਮਾਤ ਦੇ ਵਿੱਚ ਰੌਲਾ ਕੌਣ ਪਾ ਰਿਹਾ ਸੀ। ਸੋ ਇਹ ਸੀ ਦੂਸਰਾ ਸ਼ਬਦ ਭੇਦ ਪੜਨਾਮ, ਜਿਸ ਦੀ ਪਰਿਭਾਸ਼ਾ ਅਤੇ ਕਿਸਮਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ। ਸ਼ਬਦ ਭੇਦ ਦਾ ਅਗਲਾ ਰੂਪ ਹੈ ਵਿਸ਼ੇਸ਼ਣ। ਵਿਸ਼ੇਸ਼ਣ ਦੇ ਬਾਰੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।